ਲਓ ਜੀ ਇਹ ਅੱਜ 10ਵੀਂ ਕਿਸ਼ਤ ਹੈ ਮੇਰੀ ਖੁਦ ਨਵਿਸ਼ ਦੀ ਔਰ ਇੱਕ ਬਹੁਤ ਬੜੇ ਅਹਿਮ ਕਿਰਦਾਰ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਮੌਲਵੀ ਅਬਦੁਲ ਅਜ਼ੀਜ਼ ਸਾਹਿਬ ਤੇ ਮੌਲਵੀ ਗੁਲਾਮ ਹੁਸੈਨ ਸਾਹਿਬ ਸਨ, ਜਿਨ੍ਹਾਂ ਦਾ ਉਹ ਸਾਡੇ ਪਿੰਡ ਦੀ ਮੁਆਸ਼ਰਤ ਤੇ ਬੜਾ ਇੰਪੈਕਟ ਸੀ। ਔਰ ਉਹਨਾਂ ਨੂੰ ਬਜ਼ੁਰਗ ਹੀ ਮੰਨਦੇ ਸੀ। ਹੈ ਦਿਓਬੰਦੀ ਮਕਤਬਾ ਫਿਕਰ ਤੋਂ ਤਾਲੁਕ ਸੀ ਉਹਨਾਂ ਦਾ, ਲੇਕਿਨ ਉਹ ਇਤਨੇ ਸਟ੍ਰਿਕਟ ਜਾਂ ਰਿਜਿਡ ਨਹੀਂ ਸਨ ਹੁੰਦੇ। ਉਹ ਗੱਲ ਬੜੀ ਤਸੱਲੀ ਨਾਲ ਸੁਣਦੇ ਹੁੰਦੇ ਸਨ ਤੇ ਉਹ ਸਹੀ ਅੱਲਾ ਦੇ ਵਲੀ ਸਨ, ਆਲਮੇ ਦੀਨ ਸਨ, ਕੁਰਾਨ ਦੀ ਸਮਝ ਸੀ ਉਹਨਾਂ ਨੂੰ। ਤੇ ਅੱਬਾ ਜੀ ਦੱਸਦੇ ਨੇ ਕਿ ਮੌਲਵੀ ਸਾਹਿਬ ਜਿਹੜੇ ਨੇ ਉਹਨਾਂ ਦੀ ਪਿੰਡ 'ਚ ਜ਼ਾਹਿਰ ਇੱਜ਼ਤ ਤੇ ਹੈ ਹੀ ਸੀ। ਤੇ ਅੱਬਾ ਜੀ ਉਹਨਾਂ ਦੇ ਸ਼ਾਗਿਰਦ ਸਨ ਮੌਲਵੀ ਅਬਦੁਲ ਅਜ਼ੀਜ਼ ਸਾਹਿਬ। ਤੇ ਮੇਰੇ ਵਾਲਿਦ ਸਾਹਿਬ ਦਾ ਨਾਮ ਵੀ ਅਬਦੁਲ ਅਜ਼ੀਜ਼ ਸੀ। ਤੇ ਅੱਬਾ ਜੀ ਦੱਸਦੇ ਨੇ, ਵਾਕਿਆ ਦੱਸਦੇ ਨੇ ਕਿ ਉਹਨਾਂ ਨੇ ਸੁਬਾ ਇੱਕ ਜਾਂ ਦੋ ਆਇਤਾਂ ਉਹਨਾਂ ਨੂੰ ਫਜਰ ਤੋਂ ਬਾਅਦ ਪੜ੍ਹਾਉਣੀਆਂ ਹੁੰਦੀਆਂ ਸਨ ਤੇ ਆਪਣੇ ਲਾਗੇ ਬਿਠਾ ਕੇ ਤੇ ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕਰ ਦੇਣਾ। ਉਹ ਸ਼ੱਕ ਨਹੀਂ ਤੇ ਇੱਕ ਦੋ ਆਇਤਾਂ ਪੜ੍ਹਦਿਆਂ ਉਹਦੀ ਤਫਸੀਰ ਕਰਦਿਆਂ ਉਹ ਜ਼ੋਰ ਦੀ ਨਮਾਜ਼ ਹੋ ਜਾਏ। ਇੰਨੀ ਡਿਟੇਲ ਦੇ ਨਾਲ ਸਮਝਾਣਾ ਉਸ ਇੱਕ ਜਾਂ ਦੋ ਜਾਂ ਤਿੰਨਾਂ ਆਇਤਾਂ ਦਾ ਕਿ ਉਹਦੇ ਨਾਲ 6-7 ਘੰਟੇ ਲੱਗ ਜਾਣੇ, ਚੱਲ ਚੱਲ ਪੜ੍ਹਦਿਆਂ। ਔਰ ਉਹਦਾ ਇੰਪੈਕਟ ਫਿਰ ਅੱਬਾ ਜੀ ਦੇ ਜਿਹੜਾ ਨੌਲੇਜ ਸੀ ਨਾ ਕੁਰਾਨ ਦੇ ਬਾਰੇ 'ਚ, ਇਸਲਾਮ ਦੇ ਬਾਰੇ 'ਚ, ਉਹ ਰਿਫਲੈਕਟ ਹੁੰਦਾ ਸੀ ਉਹਨਾਂ ਦੀਆਂ ਰੋਜ਼ ਬਰੋਜ਼ ਜਿਹੜੀਆਂ ਸਾਡੇ ਨਾਲ ਫਿਰ ਉਹ ਗੱਲਾਂ ਕਰਦੇ ਹੁੰਦੇ ਸੀ। ਇਹੋ ਜਿਹੀ ਵਾਕਿਆ ਅੱਬਾ ਜੀ ਦੱਸਦੇ ਨੇ। ਦੋ ਵਾਕਿਆਤ ਬੜੇ ਮਸ਼ਹੂਰ ਨੇ, ਬਲਕਿ ਤਿੰਨ ਵਾਕਿਆਤ। ਇੱਕ ਸਾਡੇ ਪਿੰਡ ਮੁਹੰਮਦ ਚੀਮਾ ਸਾਹਿਬ ਰਹਿੰਦੇ ਹੁੰਦੇ ਸਨ, ਉਹਨਾਂ ਨੂੰ ਹਲਕਾਅ ਕੁੱਦ ਗਿਆ। ਰੇਬੀਜ਼ ਉਦੋਂ ਬਹੁਤ ਜ਼ਿਆਦਾ ਹੁੰਦੀ ਸੀ ਔਰ ਰੇਬੀਜ਼ ਜਿਹੜੀ ਹੈ ਨਾ ਉਹ ਉਹਨਾਂ ਨੂੰ ਉਹਨੂੰ ਹੋ ਗਈ। ਉਹਨਾਂ ਨੇ ਖੈਰ ਰੇਬੀਜ਼ ਦਾ ਇਲਾਜ ਤੇ ਤੁਹਾਨੂੰ ਪਤਾ ਹੀ ਹੈ ਕਿ ਹੁਣ ਵੀ ਵੈਕਸੀਨੇਸ਼ਨ ਹੈ। ਇਲਾਜ ਕਿੱਥੇ ਹੁੰਦੇ ਨੇ ਰੇਬੀਜ਼ ਦੇ? ਹਲਕਾ ਅਗਰ ਹਲਕਾ ਕੁੱਤੇ ਨੇ ਵੱਢ ਲਿਆ ਤੇ ਔਰ ਬੰਦੇ ਨੂੰ ਹਲਕਾ ਕੁੱਦ ਜਾਵੇ, ਹੋ ਜਾਵੇ, ਤੇ ਉਹਦਾ ਇਲਾਜ ਤੇ ਕੋਈ ਨਹੀਂ ਸੀ। ਅੱਬਾ ਜੀ ਦੱਸਦੇ ਨੇ ਕਿ ਸਵੇਰੇ ਸਵੇਰੇ ਮੈਂ ਇਸੇ ਤਰ੍ਹਾਂ ਹੀ ਸਬਕ ਲੈਣ ਡਿਆ ਸਾਂ ਮੌਲਵੀ ਸਾਹਿਬ ਕੋਲੋਂ, ਮੌਲਵੀ ਅਬਦੁਲ ਅਜ਼ੀਜ਼ ਸਾਹਿਬ ਕੋਲੋਂ। ਤੇ ਬਾਹਰ ਸ਼ੋਰ ਹੋਇਆ ਵਾਹਵਾ ਤੇ ਮੌਲਵੀ ਸਾਹਿਬ ਅੰਦਰ ਨੇ, ਅਬਦੁਲ ਅਜ਼ੀਜ਼ ਉਹ ਮਾਂ ਆਖਣਾ ਵੇਖ ਨਾ ਬਾਹਰ ਰੌਲੀ ਕਾਹਦੀ ਪੈ ਗਈ, ਸ਼ੋਰ ਕਾਹਦਾ ਪੈ ਗਿਆ। ਇਹ ਮਾਂ ਆਖਣਾ ਹਜ਼ਾਰੇ ਦੀ ਛੱਛ ਹਜ਼ਾਰੇ ਦੀ ਬੋਲੀ ਸੀ ਜਿੱਥੋਂ ਦੇ ਮੌਲਵੀ ਅਬਦੁਲ ਅਜ਼ੀਜ਼ ਸਾਹਿਬ ਹੁੰਦੇ ਸਨ। ਅੱਬਾ ਹੀ ਦੱਸਦੇ ਨੇ ਕਿ ਮੈਂ ਬਾਹਰ ਗਿਆ ਤੇ ਜਾ ਕੇ ਵੇਖਿਆ ਤੇ ਮਸਜਿਦ ਦੇ ਲਾਗੇ ਮੁਹੰਮਦ ਚੀਮੇ ਦਾ ਘਰ ਸੀ। ਉਹਨੂੰ ਰਸਿਆਂ ਰੁਸਿਆਂ ਚ ਲੋਕਾਂ ਨੇ ਬੱਧਾ ਤੇ ਉਹਦੇ ਮੂੰਹ ਦੇ ਵਿੱਚੋਂ ਝੱਗ ਜਾਣ ਡਈ ਤੇ ਲੋਕੀ ਆਖਣ ਮੁਹੰਮਦ ਚੀਮੇ ਨੂੰ ਹਲਕਾ ਕੁੱਦ ਗਿਆ। ਤੇ ਮੈਂ ਵਾਪਸ ਆ ਕੇ ਮੌਲਵੀ ਅਬਦੁਲ ਅਜ਼ੀਜ਼ ਸਾਹਿਬ ਨੂੰ ਦੱਸਿਆ ਕਿ ਮੌਲਵੀ ਸਾਹਿਬ ਮੁਹੰਮਦ ਚੀਮੇ ਨੂੰ ਹਲਕਾ ਕੁੱਦ ਗਿਆ ਤੇ ਇਸ ਤਰ੍ਹਾਂ ਲੋਕਾਂ ਬੱਧਾ ਹੈ ਉਹਨਾਂ ਨੂੰ। ਅੱਛਾ, ਉਹ ਮੇਰਾ ਲੋਟਾ ਲਿਆ ਪਾਣੀ ਦਾ ਭਰ ਕੇ ਮੈਂ ਵਜ਼ੂ ਕਰਨਾ। ਉਹ ਅੱਬਾ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਉਹ ਲੋਟਾ ਪਾਣੀ ਦਾ ਭਰ ਕੇ ਤੇ ਵਜ਼ੂ ਕਰਨ ਵਾਸਤੇ ਦਿੱਤਾ। ਉਹਨਾਂ ਨੇ ਵਜ਼ੂ ਕੀਤਾ ਲੋਟੇ ਦੇ ਪਾਣੀ ਨਾਲ। ਉਦੋਂ ਟੂਟੀਆਂ ਛੂਟੀਆਂ ਨਹੀਂ ਸਣ ਹੁੰਦੀਆਂ, ਉਦੋਂ ਆ ਲੋਟੇ ਭਰ ਕੇ ਰੱਖੀ ਦੇ ਹਨ, ਉੱਤੇ ਹੀ ਵਜ਼ੂ ਵਗੈਰਾ ਕਰ ਲਈਦਾ ਸੀ। ਤੇ ਉਹ ਥੋੜਾ ਜਿਹਾ ਪਾਣੀ ਉਹਨਾਂ ਨੇ ਬਚਾ ਲਿਆ ਲੋਟੇ ਦੇ ਵਿੱਚ ਵਜ਼ੂ ਤੋਂ ਬਾਅਦ। ਉਹ ਉਸ ਤੋਂ ਬਾਅਦ ਮੈਨੂੰ ਨਾਲ ਲਿਆ ਤੇ ਚੱਲ ਨਾ ਬਾਹਰ ਚਲੀਏ। ਤੇ ਬਾਹਰ ਵੇਖਿਆ ਤੇ ਉਹਨਾਂ ਨੇ ਰੱਸਿਆਂ ਨਾਲ ਲੋਕਾਂ ਨੇ ਫੜਿਆ। ਤੇ ਮੌਲਵੀ ਸਾਹਿਬ ਕਹਿੰਦੇ ਨੇ ਉਹ ਕੀ ਹੋਇਆ ਮੁਹੰਮਦ ਨੂੰ? ਉਹ ਕਹਿਣ ਲੱਗੇ ਜੀ ਉਹ ਹਲਕਾ ਕੁੱਦ ਗਿਆ ਹੈ। ਉਹਨੇ ਉਹ ਛੱਡੋ ਨਾ, ਕੋਈ ਹਲਕਾ ਨਹੀਂ ਕੁੱਦਿਆ, ਉਹਨੂੰ ਕੋਈ ਗੱਲ ਨਹੀਂ, ਛੱਡ ਦਿਓ, ਰੱਸੇ ਰੁੱਸੇ ਲਾ ਦਿਓ। ਤੇ ਅੱਬਾ ਜੀ ਕਹਿੰਦੇ ਨੇ ਕਿ ਮੀਨਵਾਈਲ ਉਹ ਜਿਹੜਾ ਪਾਣੀ ਸੀ ਨਾ ਲੋਟੇ 'ਚ ਬਚਿਆ, ਉਸ ਪਾਣੀ ਨੂੰ ਜਿਹੜਾ ਨਾ ਹੱਥ ਲਾਉਣ ਤੇ ਉਹਦੇ ਮੂੰਹ ਤੇ ਮੁਹੰਮਦ ਚੀਮੇ ਦੇ ਤਰੌਂਕ ਮਾਰਦੇ ਰਹਿਣ। ਉਹ ਕਹਿੰਦੇ ਸਾਡੇ ਸਾਰਿਆਂ ਦੇ ਸਾਹਮਣੇ ਹੀ ਅੱਲਾਹ ਤਾਲਾ ਦਾ ਐਸਾ ਕਰਮ ਔਰ ਮੁਅਜਜ਼ਾ ਹੋਇਆ। ਕੁਰਾਨ ਦੀ ਤਾਕਤ ਤੇ ਫਿਰ ਹੈ ਨਾ, ਸ਼ਫਾ ਤੇ ਹੈ। ਔਰ ਫਿਰ ਕੋਈ ਅੱਲਾ ਦਾ ਵਲੀ ਹੋਵੇ ਤੇ ਫਿਰ ਅੱਲਾ ਦੇ ਵਲੀਆਂ ਦੇ ਤੇ ਦਸਤੋ ਬਾਜ਼ੂ ਰੱਬ ਬਣ ਜਾਂਦਾ। ਫਿਰ ਉਹ ਮੁਹੰਮਦ ਚੀਮਾ ਜਿਹੜਾ ਉਹ ਉਹਨੂੰ ਉਹਦੇ ਰੱਸੇ ਰੁੱਸੇ ਖੋਲ ਦਿੱਤੇ, ਜ਼ੰਜੀਰਾਂ ਖੋਲ ਦਿੱਤੀਆਂ। ਤੇ ਅੱਬਾ ਜੀ ਦੱਸਦੇ ਨੇ ਕਿ ਉਸ ਤੋਂ ਕਈ ਸਾਲ ਬਾਅਦ ਜਿਹੜਾ ਉਹ ਮੁਹੰਮਦ ਚੀਮਾ ਜ਼ਿੰਦਾ ਰਿਹਾ, ਉਹਨੂੰ ਕਦੀ ਹਲਕਾ ਦਾ ਕੋਈ ਮਸਲਾ ਹੀ ਨਾ ਹੋਇਆ। ਇਸੇ ਤਰ੍ਹਾਂ ਹੀ ਦੂਸਰਾ ਵਾਕਿਆ ਅੱਬਾ ਜੀ ਦੱਸਦੇ ਨੇ ਕਿ ਮੁਹੰਮਦ ਹਨੀਫ ਮੇਰੇ ਚਾਚਾ ਜੀ ਸਨ। ਉਸ ਜ਼ਮਾਨੇ ਦੇ ਵਿੱਚ ਇਹ ਜਿਹੜੀ ਕਿਤਾਬਾਂ ਹੁੰਦੀਆਂ ਹਨ ਨਾ, ਦਾਸਤਾਨ ਅਮੀਰ ਹਮਜ਼ਾ ਤੇ ਇਸ ਯੂਸਫ ਜ਼ੁਲੈਖਾ, ਕਸਸੁਲ ਅੰਬੀਆ, ਇਹ ਪੰਜਾਬੀ ਦਾ ਕਲਾਮ ਬੜੇ ਰਾਗ ਨਾਲ, ਬੜੀ ਜਿਹੜਾ ਨਾ ਸੁਰ ਨਾਲ ਪੜ੍ਹਦੇ ਹੁੰਦੇ ਸਨ। ਤੇ ਲੋਕੀ ਬੜਾ ਆਂਦੇ ਹੁੰਦੇ ਹਨ ਕਿ ਜੀ ਫਲਾਣੇ ਦੀ ਆਵਾਜ਼ ਬੜੀ ਚੰਗੀ ਏ। ਬੈਠ ਕੇ ਬਹਿ ਜਾਣਾ, ਡੇਰੇ ਤੇ ਬਹਿ ਜਾਣਾ ਤੇ ਆਖਣਾ ਬਈ ਸੁਣਾਓ ਭਾਈ, ਜਿਹਦੀ ਆਵਾਜ਼ ਚੰਗੀ ਏ ਉਹ ਸੁਣਾਓ। ਤੇ ਚਾਚਾ ਜੀ ਅੱਲਾ ਬਖਸ਼ੇ ਹਨੀਫ, ਉਹਨਾਂ ਦੀ ਆਵਾਜ਼ ਜਿਹੜੀ ਹੈ ਨਾ ਉਹ ਬੜੀ ਚੰਗੀ ਸੀ, ਸੁਰੀਲੀ ਆਵਾਜ਼ ਸੀ।
ਤੇ ਯੂਸੁਫ ਜ਼ੁਲੈਖਾ ਪੜ੍ਹਦੇ ਹੁੰਦੇ ਸਨ ਤੇ ਉਹ ਆਂਦੇ ਨੇ ਅੱਬਾ ਹੀ ਦੱਸਦੇ ਨੇ ਕਿ ਉਹ ਡੇਰਿਓਂ ਧਾਰ ਕੱਢ ਕੇ ਲਿਆਉਣ ਡਏ ਹਨ, ਬਾਲਟੀ 'ਚ ਦੁੱਧ ਸੀ ਤੇ ਉਹ ਆਉਣ ਡਏ ਹਨ ਤੇ ਪੜ੍ਹਦੇ ਆਉਂਦੇ ਸਨ। ਹਨੇਰਾ ਥੋੜਾ ਜਿਹਾ ਹੋ ਜਾਂਦਾ ਸੀ ਤੇ ਫਿਰ ਇਹ ਕਿਤਾਬਾਂ ਪੜ੍ਹਦੇ ਰਹਿੰਦੇ ਹਨ, ਜ਼ਬਾਨੀ ਜੋ ਕਲਾਮ ਯਾਦ ਹੁੰਦਾ ਸੀ ਪੰਜਾਬੀ ਦਾ। ਯੂਸਫ ਪੁੱਛੇ 10 ਜ਼ੁਲੈਖਾ ਕਿੱਥੇ ਤੇਰਾ ਹੁਸਨ ਜਵਾਨੀ, ਇਹੋ ਜਿਹੇ ਜਿਹੜੇ ਉਹ ਕਲਾਮ ਹੁੰਦਾ ਸੀ। ਉਹ ਮੈਂ ਵੀ ਪੜ੍ਹਿਆ ਸਾਰਾ ਕਲਾਮ ਵੈਸੇ ਨਾ, ਬੜਾ ਬੜਾ ਖੂਬਸੂਰਤ ਕਲਾਮ ਹੈ। ਮੌਲਵੀ ਗੁਲਾਮ ਰਸੂਲ ਜਿਹੜੇ ਨਾ, ਆਸਨ ਕਿਸ ਕਸਸ ਜਿਹੜਾ ਉਹਨਾਂ ਦਾ ਉਹ ਕਿੱਸਾ ਹੈਗਾ ਸਾਰਾ, ਜਿਹਦੇ ਚ ਪੰਜਾਬੀ ਦਾ ਕਲਾਮ ਹੈ ਮੌਲਵੀ ਗੁਲਾਮ ਰਸੂਲ ਸਾਹਿਬ ਦਾ ਨਾ। ਤੇ ਉਹ ਪੜ੍ਹਿਓ ਜੇ, ਬੜਾ ਚਸਕਾ ਉਹਦੇ ਚ, ਬੜਾ ਮਜ਼ਾ ਔਰ ਬੜੀ ਲਰਨਿੰਗ ਹੈ ਉਹਦੇ ਚ। ਉਹ ਅੱਬਾ ਹੀ ਕਹਿਣ ਲੱਗੇ ਕਿ ਇਹ ਜਿਹੜਾ ਐਵੇਂ ਨਾ ਚੁੱਪ ਚੁੱਪ ਰਹਿਣ ਲੱਗ ਪਿਆ ਮੁਹੰਮਦ ਹਨੀਫ ਚਾਚਾ ਹੀ ਮੇਰੇ ਜਿਹੜੇ ਨੇ, ਤੇ ਆਖੇ ਮੈਨੂੰ ਡਰ ਬੜਾ ਹੁੰਦਾ, ਮੈਨੂੰ ਖੌਫ ਬੜਾ ਹੁੰਦਾ, ਮੈਨੂੰ ਇਹ ਹੈ, ਮੈਨੂੰ ਉਹ ਹੈ। ਪੁੱਛੀਏ ਕਿਹੜੀ ਸ਼ੈ ਕੋਲੋਂ, ਤੇ ਦੱਸਣਾ ਨਹੀਂ। ਉਹ 2-3 ਦਿਨ ਲੰਘੇ ਤੇ ਅੱਬਾ ਜੀ ਕਹਿੰਦੇ ਨੇ ਕਿ ਮੈਂ ਮੌਲਵੀ ਸਾਹਿਬ ਨਾਲ ਗੱਲ ਕੀਤੀ ਕਿ ਮੌਲਵੀ ਸਾਹਿਬ ਹਨੀਫ ਨੂੰ ਇਹ ਮਸਲਾ ਹੈ ਕਿ 3-4 ਦਿਨ ਹੋ ਗਏ ਨੇ ਉਹ ਗੁੰਮ ਸੁੰਮ ਹੀ ਹੋ ਗਿਆ, ਬੋਲਦਾ ਨਹੀਂ, ਗੱਲ ਨਹੀਂ ਕਰਦਾ, ਕੰਬੀ ਜਾਂਦਾ, ਡਰਦਾ ਬੜਾ ਹੈ ਵੀ ਪਤਾ ਨਹੀਂ ਉਹ ਕੀ, ਉਹਨੂੰ ਦੱਸਦਾ ਨਹੀਂ ਗੱਲ ਕੀ ਹੈ। ਅੱਛਾ ਕਿ ਮੁਹੰਮਦ ਹਨੀਫ ਨੂੰ ਲੈ ਕੇ ਆਓ। ਉਹ ਮੁਹੰਮਦ ਹਨੀਫ ਨੂੰ ਵੀ ਜਿਹੜਾ ਚਾਚਾ ਜੀ ਨੂੰ ਮਸਜਿਦ ਚ ਲੈ ਗਏ ਉਹ, ਤੇ ਮੌਲਵੀ ਅਬਦੁਲ ਅਜ਼ੀਜ਼ ਸਾਹਿਬ ਨੇ ਕਿਹਾ ਮੇਰੀ ਗੋਡੇ ਦੇ ਨਾਲ ਗੋਡਾ ਮੁਹੰਮਦ ਹਨੀਫ ਜੋੜ ਨਾ, ਨਮਾਜ਼ ਤੇ ਤੂੰ ਪੜ੍ਹਨਾ, ਉਹ ਤੈਨੂੰ ਕੀ ਹੋਇਆ ਹੈ? ਮੌਲਵੀ ਸਾਹਿਬ ਬੈਠੇ ਸਨ, ਇਸੇ ਤਰ੍ਹਾਂ ਤੇ ਗੋਡੇ ਨਾਲ ਗੋਡਾ ਚਾਚਾ ਜੀ ਨੇ ਜੋੜਿਆ ਤੇ ਮੌਲਵੀ ਸਾਹਿਬ ਨੂੰ ਪੁੱਛਦੇ ਨੇ, ਹਾਂ ਮੁਹੰਮਦ ਹਨੀਫ ਹੁਣ ਮੈਨੂੰ ਦੱਸ ਕੀ ਗੱਲ ਹੈ। ਤੇ ਉਹ ਗੋਡਾ ਜੁੜਨ ਦਾ ਹੀ ਟਾਈਮ ਸੀ ਤੇ ਜਿਹੜਾ ਡਰ ਸੀ, ਖੌਫ ਸੀ ਚਾਚਾ ਜੀ ਦਾ, ਉਹ ਸਾਰਾ ਗਿਆ ਉੱਤਰ। ਤੇ ਉਹਨਾਂ ਨੇ ਦੱਸਿਆ ਕਿ ਜੀ ਮੈਂ ਆਉਣਾ ਸਾਂ ਪਿਆ ਡੇਰਿਓਂ ਧਾਰ ਕੱਢ ਕੇ ਆਉਣਾ ਸਾਂ ਮੈਂ, ਤੇ ਦੁੱਧ ਲਈ ਆਉਣਾ ਸਾਂ ਮੈਂ, ਤੇ ਮੈਨੂੰ ਰਾਹ ਦੇ ਵਿੱਚ ਬਹੁਤ ਖੂਬਸੂਰਤ ਜਿਹੜੀ ਉਹ ਖਾਤੂਨ ਟੱਕਰੀ, ਪਰੀ ਉਹਨੂੰ ਕਹਿੰਦੇ ਸੀ, ਬਹੁਤ ਖੂਬਸੂਰਤ। ਤੇ ਉਹਨੇ ਕਿਹਾ ਮੈਂ ਦੁੱਧ ਪੀਣਾ ਤੇਰੀ ਬਾਲਟੀ ਚੋਂ। ਤੇ ਮੈਂ ਬੜਾ ਡਰਿਆ ਘਬਰਾਇਆ, ਮੇਰੇ ਤੇ ਪਸੀਨੇ ਛੁੱਟ ਗਏ, ਬਾਹਰੋਂ ਦੁੱਧ ਤੋਂ ਪੀ ਕੇ ਤੇ ਚਲੀ ਗਈ। ਤੇ ਮੈਨੂੰ ਇਹ ਵੀ ਇਜਾਜ਼ਤ ਨਹੀਂ ਸੀ ਵੀ ਮੈਂ ਕਿਸੇ ਨਾਲ ਇਹ ਗੱਲ ਵੀ ਕਰਾਂ। ਜੇ ਕਹਿੰਦੇ ਨੇ ਕਿ ਜਿੰਨ ਭੂਤ ਪਰੀਆਂ ਇਹ ਅਸ਼ਾਕ ਹੋ ਜਾਂਦੀਆਂ ਨੇ ਕਈ ਵਾਰੀ, ਤੇ ਉਹ ਇਹੋ ਜਿਹਾ ਸਿਲਸਿਲਾ ਕੋ ਬਣਿਆ। ਅਸੀਂ ਲੋਕ ਤੇ ਇਹਨਾਂ ਬਹੁਤ ਜ਼ਿਆਦਾ ਬਲੀਵਰ ਨਹੀਂ ਸਾਂ ਇਸ ਗੱਲ ਤੇ, ਲੇਕਿਨ ਉਹਨੂੰ ਜ਼ਾਹਿਰ ਹੈ ਕਿ ਜਿਸ ਵੇਲੇ ਉਹ ਸਾਰੀ ਚਾਚਾ ਜੀ ਹਨੀਫ ਨੇ ਅੱਲਾ ਬਖਸ਼ੇ ਸਾਰੀ ਤਫਸੀਲ ਨਾਲ ਗੱਲ ਦੱਸੀ, ਤੇ ਮੌਲਵੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਇਹ ਆਇਤਲ ਕੁਰਸੀ ਦਾ ਵਜ਼ੀਫਾ ਕਰਿਆ ਕਰ, ਨਮਾਜ਼ ਤੂੰ ਅੱਗੇ ਨਹੀਂ ਛੱਡਦਾ ਤੇ ਹੋਰ ਪੱਕਾ ਹੋ ਜਾ ਨਮਾਜ਼ ਤੇ ਹੁਣ ਕੋਈ ਸ਼ਾਇਦ ਤੇਰੇ ਨੇੜੇ ਨਹੀਂ ਆਉਂਦੀ। ਤੇ ਚਾਚਾ ਜੀ ਨੇ ਵੀ ਨਾ, ਇਹਨਾਂ ਨੇ ਸਾਰਿਆਂ ਨੇ ਬਜ਼ੁਰਗਾਂ ਸਾੜਿਆਂ ਨੇ ਜ਼ਬਾਨੀ ਸੂਰਤਾਂ ਯਾਦ ਕੀਤੀਆਂ ਹੁੰਦੀਆਂ ਹਨ, ਸੂਰਾ ਯਾਸੀਨ, ਸੂਰਾ ਮੁਲਕ, ਸੂਰਾ ਰਹਿਮਾਨ, ਉਹ ਬੜੇ ਰੈਗੂਲਰ ਕਾਰੀ ਉਹਦੇ ਹੁੰਦੇ ਸਨ। ਤੇ ਉਸ ਤੋਂ ਬਾਅਦ ਚਾਚਾ ਜੀ ਨੂੰ ਵੀ ਕਦੀ ਕੋਈ ਮਸਲਾ ਇਹੋ ਜਿਹਾ ਨਾ ਹੋਇਆ। ਤੀਸਰਾ, ਸਾਡੇ ਪਿੰਡ ਕਾਲੂਆਂ ਦਾ ਘਰ ਹੈ। ਉਹਨਾਂ ਕਾਲੂਆਂ ਦੇ ਘਰ ਅੱਬਾ ਜੀ ਦੱਸਦੇ ਨੇ ਕਿ ਅਸੀਂ ਆਪ ਵਿਹਨੇ ਹੁੰਦੇ ਸਾਂ। ਅੱਬਾ ਜੀ ਦੱਸਦੇ ਨੇ ਕਿ ਘਰ ਉਹਨਾਂ ਦੇ ਜਿਹੜੇ ਨਾ, ਉਹਨਾਂ ਦੱਸਣਾ ਆ ਕੇ ਵੀ ਪੱਥਰ ਪੈਂਦੇ ਨੇ, ਤੇ ਪਤਾ ਨਹੀਂ ਕੀ ਹੁੰਦਾ, ਰੋੜੇ ਪੈਂਦੇ ਨੇ ਉਹਨਾਂ ਦੇ ਘਰ, ਕੋਈ ਪੱਥਰ ਜਿਵੇਂ ਮਾਰਦਾ ਹੁੰਦਾ। ਤੇ ਉਹ ਬੜੇ ਖੌਫਜ਼ਦਾ ਸਨ। ਤੇ ਮੌਲਵੀ ਸਾਹਿਬ ਨੂੰ ਫਿਰ ਗੱਲ ਕੀਤੀ ਕਿ ਮੌਲਵੀ ਸਾਹਿਬ ਇਹ ਕੋਈ ਕਾਲੂਆਂ ਦੇ ਘਰ ਇਹੋ ਜਿਹਾ ਇਸ਼ੂ ਹੈ। ਉਹ ਮੌਲਵੀ ਸਾਹਿਬ ਕਹਿੰਦੇ ਚਲੋ ਚੱਲਨੇ ਆ ਉੱਥੇ। ਮੌਲਵੀ ਸਾਹਿਬ ਨੇ ਕਿੱਲ ਕੋਈ ਮੇਰਾ ਖਿਆਲ ਲਏ, ਤੇ ਉਹਨਾਂ ਦੀ ਜਿਹੜੀ ਚਾਰ ਦੀਵਾਰੀ ਸੀ ਉੱਥੇ ਇੱਕ ਇੱਕ ਦੋ ਦੋ ਕਿੱਲ ਚਾਰ ਚਫੇਰੇ ਲਾਏ। ਉਹਨੇ ਆਖਿਆ ਉਹ ਇਹ ਸ਼ੈਤਾਨੀ ਕੁਵਤਾਂ ਹੁੰਦੀਆਂ ਨੇ, ਤੇ ਇਹ ਉਹਨਾਂ ਉੱਥੇ ਜ਼ਿਆਦਾ ਅਸਰਅੰਦਾਜ਼ ਹੁੰਦੀਆਂ ਨੇ ਜਿੱਥੇ ਕੋਈ ਨਾ ਕੋਈ ਜਿਹੜਾ ਨਾ ਉਹ ਨਮਾਜ਼ ਤੋਂ, ਕੁਰਾਨ ਤੋਂ ਬੰਦਾ ਦੂਰ ਰਵੇ। ਤੇ ਉਹ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅੱਲਾ ਦੇ ਰਸੂਲ ਤੇ ਵੀ ਇਹੋ ਜਿਹੀਆਂ ਚੀਜ਼ਾਂ, ਜਾਦੂ ਵਗੈਰਾ ਦਾ ਅਸਰ ਹੋ ਗਿਆ ਸੀ, ਤੇ ਉਹਨਾਂ ਦਾ ਵੀ ਕੋਈ ਹੱਲ ਹੈ। ਆਪ ਸੱਲੱਲਾਹੁ ਅਲੈਹਿ ਵਸੱਲਮ ਨੂੰ ਵੀ ਇੱਕ ਅੱਲਾਹ ਤਾਲਾ ਨੇ ਅੱਲਾਹ ਦੇ ਫਰਿਸ਼ਤੇ ਦੇ ਘੱਲ ਕੇ ਉਹ ਹੱਲ ਦੱਸਿਆ ਵੀ ਆ ਜਿਹੜੀਆਂ ਸੂਰਤਾਂ ਹੈਗੀਆਂ ਨਾ, ਕੁੱਲ ਜਿਹੜੇ ਨੇ, ਕੁਲ ਹੋ ਵੱਲਾ ਤੇ ਕੁਲ ਔਜ਼ ਬਿਰੱਬਿਲ ਫਲਕ ਤੇ ਕੁਲ ਔਜ਼ ਬਿਰੱਬਿਨ ਨਾਸ, ਇਹ ਪੜਿਆ ਕਰੋ ਤੇ ਨਮਾਜ਼ ਨਾ ਛੱਡਿਆ ਕਰੋ, ਤੇ ਘਰ ਦੇ ਵਿੱਚ ਕੋਈ ਪਲੀਤੀ ਨਾ ਆਉਣ ਦਿਓ, ਪਾਕ ਸਾਫ ਰਿਹਾ ਕਰੋ, ਕੁਰਾਨ ਦੀ ਤਲਾਵਤ ਕਰਿਆ ਕਰੋ। ਉਸ ਤੋਂ ਬਾਅਦ ਉੱਥੇ ਵੀ ਉਹ ਰੋੜੇ ਪੈਣੇ, ਪੱਥਰ ਪੈਣੇ ਬੰਦ ਹੋ ਗਏ। ਇਹ ਉਸ ਇਲਮ ਦੀ ਹੱਦ ਤੱਕ ਹੈਗਾ। ਇਸ ਤੋਂ ਬਾਅਦ ਇੱਕ ਹੋਰ ਵਾਕਿਆ ਜਿਹੜਾ ਮੌਲਵੀ ਅਬਦੁਲ ਅਜ਼ੀਜ਼ ਸਾਹਿਬ ਨਾਲ ਜੁੜਿਆ ਕਿ ਅੱਬਾ ਜੀ, ਤੁਹਾਨੂੰ ਪਤਾ ਕਿ ਮੈਂ ਦੱਸਿਆ ਸੀ ਕਿ ਇਲਮ ਸਿੱਖਣ ਦੇ ਵਾਸਤੇ ਬੜੇ ਇਨਕੁਇਜ਼ਿਟਿਵ ਹੁੰਦੇ ਸਨ। ਸਾਡੇ ਪਿੰਡ ਦੇ ਵਿੱਚ ਇੱਕ ਨਾ ਮਲੰਗ ਜਿਹਾ ਆ ਗਿਆ, ਮਜਜ਼ੂਬ ਜਿਹਾ। ਤੇ ਉਹ ਮਜਜ਼ੂਬ ਜਿਹਾ ਜਿਹੜਾ ਨਾ, ਉਹ ਬਾਬਾ ਜੀ ਸ਼ਾਹਦੀਨ ਡੇਰੇਦਾਰ ਬੰਦੇ ਹਨ, ਉਹਨਾਂ ਦੇ ਕੋਲ ਬਹਿੰਦਾ ਉੱਠਦਾ ਸੀ। ਤੇ ਇੱਕ ਦਿਨ ਅੱਬਾ ਜੀ ਕਹਿੰਦੇ ਨੇ ਕਿ ਮੈਨੂੰ ਉਹ ਮਜਜ਼ੂਬ ਕਹਿੰਦਾ, ਅਬਦੁਲ ਅਜ਼ੀਜ਼
ਤੂੰ ਜਿਹੜਾ ਉਹ ਅੱਬਾ ਜੀ ਕਹਿੰਦੇ ਕਿ ਮੈਂ ਗਿਆ ਸਾਂ ਆਪਣੇ ਸਸੁਰਾਲ ਯਾਨੀ ਨਾਨਕੇ ਮੇਰੇ, ਤੇ ਮੈਂ ਜਦੋਂ ਆਇਆ ਵਾਪਸੀ ਤੇ ਮੈਂ ਇੱਕ ਜਗ੍ਹਾ ਤੇ ਜਿਹੜਾ ਰੁਕਿਆ, ਤੇ ਉੱਥੋਂ ਰੁਕ ਕੇ ਤੇ ਮੈਂ ਅੱਗੇ ਵਾਪਸ ਆਇਆ, ਤੇ ਕੋਈ ਚੀਜ਼ ਇਹਨਾਂ ਦੀ ਜਿਹੜੀ ਹੈ ਨਾ ਕੋਈ ਡਿੱਗ ਪਈ, ਕੋਈ ਗੁੰਮ ਹੋ ਗਈ ਕੋਈ ਚੀਜ਼। ਤੇ ਮੈਂ ਆਖਿਆ ਉਹਨੂੰ, ਮਜਜ਼ੂਬ ਆਂਦਾ ਕਿ ਲੈ ਤੂੰ ਜੋ ਪੁੱਛਣਾ ਮੈਨੂੰ ਪੁੱਛ। ਤੇ ਮੈਂ ਉਹਨੂੰ ਪੁੱਛਿਆ, ਉਹਨੇ ਕਿਹਾ ਮੇਰੀ ਫਲਾਣੀ ਸ਼ਾਹ ਜਿਹੜੀ ਹੈ ਨਾ ਇਹ ਗੁੰਮ ਹੋ ਗਈ ਹੈ, ਤੇ ਦੱਸ ਕਿੱਥੇ ਆ। ਤੇ ਕਹਿੰਦੇ ਉਸ ਮਜਜ਼ੂਬ ਨੇ ਥੋੜੀ ਦੇਰ ਰੋਕ ਕੇ ਦੱਸਿਆ ਕਿ ਤੂੰ ਆਪਣੇ ਸਸੁਰਾਲ ਤੋਂ ਵਾਪਸ ਆਉਣ ਡਿਆ ਸੀ, ਫਲਾਣਾ ਕੋਠਾ ਸੀ, ਉਹ ਬੇਆਬਾਦ ਜਗ੍ਹਾ ਸੀ, ਤੈਨੂੰ ਪਿਸ਼ਾਬ ਆਇਆ ਸੀ, ਤੂੰ ਪਿਸ਼ਾਬ ਕਰਨ ਲੱਗਾ, ਤੇਰੀ ਜੇਬ ਚੋਂ ਡਿੱਗ ਪਿਆ ਉੱਥੇ, ਤੇ ਉੱਥੇ ਹੀ ਹਾਲੀ ਵੀ ਪਿਆ, ਤੇ ਜਾ ਕੇ ਚੁੱਕ ਲਿਆ। ਤੇ ਅੱਬਾ ਹੀ ਕਹਿੰਦੇ ਨੇ ਮੈਂ ਗਿਆ ਉੱਥੇ, ਤੇ ਵਾਕਈ ਉੱਥੇ ਪਿਆ, ਤੇ ਮੈਂ ਚੁੱਕ ਕੇ ਲਿਆਂਦਾ। ਅੱਬਾ ਹੀ ਕਹਿੰਦੇ ਨੇ ਮੈਂ ਬੜਾ ਮੁਤਾਸਰ ਹੋਇਆ, ਔਰ ਮੈਂ ਬੜਾ ਹੈਰਾਨ ਹੋਇਆ ਕਿ ਇਹ ਕਿਸ ਕਿਸਮ ਦਾ ਬੰਦਾ ਹੈ। ਤੇ ਉਹ ਉਸ ਤੋਂ ਬਾਅਦ ਅੱਬਾ ਹੀ ਕਹਿੰਦੇ ਨੇ ਕਿ ਮੈਂ ਉਹ ਮਜਜ਼ੂਬ ਦੇ ਕੋਲ ਬਹਿਣ ਖਲੋਣ ਲੱਗ ਪਿਆ, ਤੇ ਮੈਨੂੰ ਉਹ ਕਹਿੰਦਾ ਹੈ, ਬਜ਼ਾਹਿਰ ਉਹ ਮਜਜ਼ੂਬ ਜਿਹਾ ਮਲੰਗ ਜਿਹਾ ਬੰਦਾ ਲੱਗਦਾ ਸੀ ਨਾ, ਤੇ ਮੈਨੂੰ ਕਹਿੰਦਾ ਇਹ ਠੂਹਾਂ ਦਾ ਦਮ ਮੈਂ ਤੈਨੂੰ ਕਰਾਵਾਂ। ਉਹ ਆਮ ਦੀ ਲੈਂਗੁਏਜ ਦੇ ਵਿੱਚ ਨਾ ਮਲੰਗ ਬੋਲੇ, ਤੇ ਅੱਬਾ ਹੀ ਕਹਿੰਦੇ ਨੇ ਸਿਖਾ ਮੈਨੂੰ। ਤੇ ਅੱਬਾ ਹੀ ਫਿਰ ਦਮ ਪੜ੍ਹ ਕੇ ਦੱਸਦੇ ਹੁੰਦੇ ਹਨ ਕਿ ਮੈਂ ਨਾ ਜਿੱਥੇ ਵੀ ਠੂਹਾਂ ਕਿਸੇ ਨੂੰ ਲੜਨਾ, ਤੇ ਕਾਲਾ ਸੀ, ਕਲੇਤਰ ਸੀ, ਕਾਲੀਆਂ ਮੁੱਛਾਂ ਵਾਲਾ ਸੀ, ਪਤਾ ਨਹੀਂ ਸਦਕਾ ਗੁੱਗੇ ਪੀਰ ਦਾ, ਇੱਥੋਂ ਤੱਕ ਅੱਬਾ ਜੀ ਸੁਣਾਉਂਦੇ ਹੁੰਦੇ ਹਨ ਸਾਨੂੰ। ਕਹਿੰਦੇ ਮੈਂ ਉਹ ਜਿੱਥੇ ਦਮ ਕਰਨਾ, ਤੇ ਉਹ ਦਰਦ ਹਟ ਜਾਣੀ ਉਹ ਬੰਦੇ ਦੀ ਠੂਹਾਂ ਲੜੇ ਦੀ। ਉਹਨਾਂ ਜ਼ਮਾਨਿਆਂ ਵਿੱਚ ਜੰਗਲ ਬਈਆਬਾਨ ਉੱਜੜੇ ਜਿਹੇ ਪਿੰਡ ਹੁੰਦੇ ਹਨ ਇਸੇ ਤਰ੍ਹਾਂ, ਤੇ ਉਹ ਸੱਪ ਸਪੂਲੀ ਤੇ ਠੂਹੇ ਤੇ ਬਿੱਛੂ ਇਹ ਬਹੁਤ ਆ ਜਾਂਦੇ ਸਨ, ਤੇ ਠੂਹੇ ਬੜੇ ਲੜਦੇ ਹੁੰਦੇ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ। ਮੈਂ ਇੱਕ ਦਿਨ ਮੌਲਵੀ ਸਾਹਿਬ ਕੋ ਸਬਕ ਪੜ੍ਹਨ ਡਿਆ, ਸੁਬਾਹ ਕੁਰਾਨ ਪੜ੍ਹਨ ਡਿਆ, ਤੇ ਬਾਹਰੋਂ ਆ ਕੇ ਕਿਸੇ ਨੇ ਦੱਸਿਆ ਜੀ ਮੌਲਵੀ ਸਾਹਿਬ ਫਲਾਣੇ ਨੂੰ ਜਿਹੜਾ ਨਾ ਉਹ ਲੜ ਗਿਆ, ਜਿਹੜਾ ਠੂਹਾਂ ਲੜ ਗਿਆ, ਤੇ ਪੀੜ ਬੜੀ ਉਹਨੂੰ ਹੋਣ ਡਈ ਹੈ। ਤੇ ਮੈਂ ਇਹ ਮੌਲਵੀ ਸਾਹਿਬ ਨੂੰ ਕਿਹਾ, ਮੌਲਵੀ ਸਾਹਿਬ ਮੈਂ ਦਮ ਕਰ ਲੈਣਾ। ਉਹਨਾਂ ਕਿਹਾ ਤੂੰ ਕੀ ਦਮ ਕਰ ਲੈਣਾ, ਇਹ ਸਵਾਲ ਨਹੀਂ ਪੈਦਾ ਹੁੰਦਾ ਜੀ, ਮੈਂ ਦਮ ਕੀਤਾ ਹੋਇਆ ਸ਼ਰਤੀਆ ਪੀੜ ਹਟ ਜਾਂਦੀ ਹੈ। ਮੌਲਵੀ ਸਾਹਿਬ ਨੇ ਜਿਹੜਾ ਹੈ ਮੇਰੇ ਮੂੰਹ ਤੇ ਚਪੇੜ ਮਾਰੀ, ਉਹ ਤੂੰ ਰੱਬ ਹੋ ਗਿਆ, ਇਹੋ ਜਿਹਾ ਕਲੇਮ ਤੂੰ ਕਰਨਾ ਕਿ ਵੀ ਤੂੰ ਦਮ ਕਰੇ ਤੇ ਪੀੜ ਹਟ ਜਾਂਦੀ ਹੈ, ਸੁਣਾ ਕਿਹੜਾ ਦਮ ਹੈ। ਕਹਿੰਦੇ ਮੈਂ ਉਸੇ ਤਰ੍ਹਾਂ ਹੀ ਜਿਹੜਾ ਸੁਣਾਤਾ ਮੌਲਵੀ ਸਾਹਿਬ ਨੂੰ, ਕਾਲਾ ਸੀ, ਕਲਿੱਤਰ ਸੀ, ਕਾਲੀਆਂ ਮੁੱਛਾਂ ਵਾਲਾ ਸੀ, ਉਹ ਅੱਗੇ ਜਾ ਕੇ ਮੁੱਕਦਾ ਕਿਤੇ ਗੁੱਗੇ ਪੀਰ ਤੇ ਜਾ ਕੇ ਮੁੱਕਦਾ ਹੈ। ਮੌਲਵੀ ਸਾਹਿਬ ਦਾ ਤੇ ਰੰਗ ਸੁਰਖ, ਉਹਨਾਂ ਨੇ ਇੱਕ ਦੋ ਹੋਰ ਝਾਟਾਂ ਮੈਨੂੰ ਮਾਰੀਆਂ, ਤੇ ਉਸ ਤੋਂ ਬਾਅਦ ਜਿਸ ਵੇਲੇ ਮੈਂ ਬਹੁਤ ਪਰੇਸ਼ਾਨ ਹੋਇਆ, ਤੇ ਮੌਲਵੀ ਸਾਹਿਬ ਨੇ ਕਿਹਾ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ, ਇਹ ਕਾਲਾ ਇਲਮ ਹੈ, ਇਹ ਕਾਲਾ ਇਲਮ ਨਹੀਂ ਸਿੱਖੀਦਾ ਹੁੰਦਾ, ਉਹਦੇ ਕੋਲ ਨਾ ਵਿਆਹ ਕਰੋ ਜਿਹੜਾ ਮਲੰਗ ਮਜੂਬ ਜਿਹਾ ਹੈਗਾ। ਇਹ ਸਾਰੇ ਪੁੱਠੇ ਕੰਮ ਕਰਦੇ ਨੇ, ਕਾਲਾ ਇਲਮ ਦਾ ਵਜੂਦ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਇਹਨੂੰ ਪੜ੍ਹਨ ਵਾਲਾ ਕਾਫਰ ਹੋ ਜਾਂਦਾ ਹੈ, ਇਹਨੂੰ ਸਿੱਖਣ ਵਾਲਾ ਕਾਫਰ ਹੋ ਜਾਂਦਾ ਹੈ। ਕੁਰਾਨ ਦੇ ਨਾਲ ਦਮ ਕਰੋ, ਕੁਰਾਨ ਦੀਆਂ ਆਇਤਾਂ ਪੜ੍ਹੋ, ਇਹ ਤੁਸੀਂ ਹੁਣ ਪਾਣੀ ਪਿਆਣਾ ਜਾਂ ਵੈਸੇ ਫੂਕ ਮਾਰਨੀ ਤੇ ਮਾਰ ਲਓ, ਰੱਬ ਕੋਲੋਂ ਮੰਗੋ। ਜਦੋਂ ਤੁਸੀਂ ਇਹ ਕਹਿੰਦੇ ਹੋ ਨਾ ਜੀ ਕਿ ਕਾਲਾ ਸੀ, ਕਲੱਤਰ ਸੀ, ਤੇ ਇਹ ਤੇ ਕੁਫਰ ਕਰਤਾ ਤੁਸੀਂ, ਤੌਬਾ ਕਰ ਇਸ ਗੱਲ ਤੇ। ਕਹਿੰਦੇ ਮੈਂ ਉਹ ਜਿਹੜੀ ਉਹ ਤੌਬਾ ਕੀਤੀ, ਔਰ ਉਸ ਤੋਂ ਬਾਅਦ ਮੈਂ ਕਦੀ ਉਹ ਦਮ ਜਿਹੜਾ ਉਹ ਨਹੀਂ ਕੀਤਾ। ਇਸੇ ਤਰ੍ਹਾਂ ਹੀ ਸਾਡੇ ਜਿਹੜੇ ਆਮ ਇੱਕ ਜਿਹੜਾ ਸ਼ਰਈ ਮਸਲਾ ਹੈਗਾ, ਕਿ ਜਿਹੜਾ ਪੁਰਾਣਾ ਮਸਲਾ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ ਦੇ ਵਿੱਚ ਵੀ, ਕਿਉਂਕਿ ਇਹ ਵਾਸ਼ਰੂਮਸ ਤੇ ਹੁੰਦੇ ਨਹੀਂ ਸਨ, ਤੇ ਵਾਸ਼ਰੂਮ ਨਹੀਂ ਸਨ ਹੁੰਦੇ, ਤੇ ਫਿਰ ਇਹ ਸਫਾਈ ਸਫੂਈ ਕਿਵੇਂ ਹੁੰਦੀ ਸੀ। ਇਹ ਅੱਜ ਕੱਲ ਦੀ ਪੌਦ ਜਿਹੜੀ ਹੈ ਨਾ, ਇਹਦੇ ਵਾਸਤੇ ਬੜੀ ਹੈਰਾਨਕੁਨ ਗੱਲ ਹੋਏਗੀ, ਇਸ ਵਾਸਤੇ ਕਿ ਇਹਨਾਂ ਨੇ ਉਹ ਵਕਤ ਵੇਖਿਆ ਹੀ ਨਹੀਂ, ਵੇਲਾ ਵੇਖਿਆ ਹੀ ਨਹੀਂ ਉਦੋਂ ਮੀਂਹ। ਤੇ ਜਦੋਂ ਸਾਡਾ ਵੀ ਉਹ ਜ਼ਮਾਨਾ ਸੀ ਜਦੋਂ ਵਾਸ਼ਰੂਮ ਵਗੈਰਾ ਪਿੰਡਾਂ 'ਚ ਨਹੀਂ ਸਨ ਹੁੰਦੇ, ਇਹ ਗਟਰ ਸਿਸਟਮ ਨਹੀਂ ਸੀ ਹੁੰਦਾ, ਪਾਣੀ ਨਹੀਂ ਸੀ ਹੁੰਦਾ, ਪੈਲੀਆਂ 'ਚ ਜਾ ਕੇ ਤਰਫ ਹਾਜਤ ਕਰੀਦੀ ਸੀ। ਤੇ ਅਸੀਂ ਉਹ ਜਿਹੜਾ ਜਿਹਨੂੰ ਕਹਿੰਦੇ ਨਾ ਵਟਵਾਣੀ, ਇੱਕ ਹੁੰਦੀ ਸੀ ਵਟਵਾਣੀ ਢੇਮ, ਮਿੱਟੀ ਦਾ ਢੇਲਾ ਹੋਣਾ, ਉਹ ਮਿੱਟੀ ਦੇ ਢੇਲੇ ਨਾਲ ਹੀ ਆਪਣੀ ਹਾਜਤ ਕਰਨ ਤੋਂ ਬਾਅਦ ਅਸੀਂ ਸਫਾਈ ਕਰਨੀ, ਔਰ ਉਹਦੇ ਨਾਲ ਹੀ ਵਟਵਾਣੀ ਕਰਨੀ, ਪਿਸ਼ਾਬ ਦੇ ਕਤਰੇ ਥੱਲੇ ਨਾ ਲੱਗਣ ਕੱਪੜਿਆਂ ਨੂੰ। ਔਰ ਉਹ ਸਹੀ ਅਸਤੰਜਾ ਉਹ ਹੀ ਹੁੰਦਾ ਸੀ ਕਿ ਉਸ ਤੋਂ ਬਾਅਦ ਆਉਣਾ ਘਰ ਆ ਕੇ ਤੇ ਅਸਤੰਜਾ ਕਰਨਾ, ਪਾਣੀ ਨਾਲ ਲੈ ਕੇ ਲੋਟੇ 'ਚ ਪਾਣੀ ਲੈਣਾ, ਉਸ ਤੋਂ ਬਾਅਦ ਅਸਤੰਜਾ ਕਰਨਾ ਅੱਛੀ ਤਰ੍ਹਾਂ, ਜਿਹੜੇ ਇਹ ਧੋਣਾ ਉਹ ਸਾਰੀ ਜਗ੍ਹਾ ਨੂੰ, ਆਪਣੇ ਪਾਕੀਜ਼ਾ ਹੋਣਾ, ਤੇ ਫਿਰ ਨਮਾਜ਼ ਨੂੰ ਪੜ੍ਹਨੀ। ਹੁਣ ਅੱਜ ਕੱਲ੍ਹ ਤੇ ਜਿਹੜਾ ਵਾਸ਼ਰੂਮਸ ਦੇ ਵਿੱਚ ਜ਼ਾਹਿਰ ਹੈ ਕਿ ਹੁਣ ਤੇ ਉਹ ਅਸਤੰਜਿਆਂ ਤੋਂ ਨੌਬਤ ਹੁੰਦੀ ਗਾਂ ਲੰਘ ਗਈ, ਤੇ ਹਰ ਵੇਲੇ ਹੀ ਬੰਦਾ ਜਦੋਂ ਵੀ ਵਾਸ਼ਰੂਮ ਜਾਂਦਾ ਹੈ ਜ਼ਾਹਿਰ ਹੈ ਪਾਣੀ ਅਵੇਲੇਬਲ ਹੈ, ਤੇ ਉਹ ਅਸਤੰਜਾ ਉਦੋਂ ਹੀ ਹੋ ਜਾਂਦਾ। ਮੈਂ ਦੱਸਿਆ ਸੀ ਕਿ ਅੱਬਾ ਜੀ ਜਿਹੜੇ ਨੇ ਉਹ ਸਾਈਕਲ ਉਹਨਾਂ ਨੇ ਰੱਖਿਆ ਹੁੰਦਾ ਸੀ, ਤੇ ਡੇਰੇ ਜਾਣਾ, ਵਾਹੀ ਕਰਨੀ। ਤੇ ਰਿਵਾਜ ਪਿੰਡਾਂ 'ਚ ਇਹ ਹੁੰਦਾ ਸੀ ਕਿ ਸਾਡੀਆਂ ਮਾਵਾਂ ਫਿਰ ਜਿਹੜਾ ਨਾ ਉਹ ਤੰਦੂਰ ਤੇ ਰੋਟੀਆਂ ਲਾ ਕੇ,
ਤੇ ਉਹ ਜਿੰਨੇ ਵੀ ਡੇਰੇ ਕਾਮੇ ਹੁੰਦੇ ਸਨ, ਜਾਂ ਅੱਬਾ ਜੀ ਹੁੰਦੇ ਸੀ, ਜਾਂ ਇਸੇ ਤਰ੍ਹਾਂ ਚਾਚੇ ਹੁੰਦੇ ਸੀ, ਇਹ ਘਰ ਵਾਲੀਆਂ ਫਿਰ ਜਿਹੜੀਆਂ ਨਾ, ਇੱਕ ਵਲਟੋਈ ਲੱਸੀ ਦੀ ਲੈਣੀ, ਲੱਸੀ ਉਹਦੇ ਚ ਪਾਈ ਹੋਣੀ ਹੈ, ਬਰਤਨ ਵਲਟੋਈ ਉਹਨੂੰ ਕਹਿੰਦੇ ਹਨ। ਉਹਦੇ ਉੱਤੇ ਚੰਗੇਰ ਰੱਖਣੀ, ਤੇ ਚੰਗੇਰ ਦੇ ਵਿੱਚ ਰੋਟੀਆਂ ਤੇ ਸਾਗ ਤੇ ਦਹੀਂ ਤੇ ਕੋਈ ਚੀਜ਼ ਰੱਖਣੀ। ਤੇ ਦਾਦੀ ਸਾਡੀ ਵੀ ਅਮੂਮਨ ਨੇ ਖੜਦੀ ਹੁੰਦੀ ਸੀ। ਤੇ ਦਾਦੀ ਸਾਡੀ, ਅੱਲਾਹ ਤਾਲਾ ਗਰੀਕ ਰਹਿਮਤ ਕਰੇ, ਹਾਕਮ ਬੀਬੀ ਉਹਨਾਂ ਦਾ ਨਾਂ ਸੀ। ਤੇ ਮੈਨੂੰ ਅੱਜ ਵੀ ਉਹਨਾਂ ਦਾ, ਉਹ ਚਾਦਰ ਬੰਨ੍ਹਦੇ ਹੁੰਦੇ ਸਨ, ਤੇ ਉਹਨਾਂ ਨੇ ਅੱਜ ਵੀ ਮੈਨੂੰ ਉਹਨਾਂ ਦਾ ਚਿਹਰਾ ਯਾਦ ਹੈ। ਹੱਥ ਸੋਟੀ ਫੜੀ ਹੋਣੀ ਉੱਤੇ, ਕਾਂ ਨਾ ਪਵੇ ਨਾ। ਤੇ ਉਹ ਜਾ ਕੇ ਤੇ ਉਹ ਡੇਰੇ ਲੈ ਜਾਣਾ, ਜਾ ਕੇ ਸਾਦਾ ਖੁਰਾਕਾਂ ਹੁੰਦੀਆਂ ਹਨ, ਜਾ ਕੇ ਖਾਣਾ ਛਾਣਾ ਬਾਈ ਵਾਲਾ ਨੇ ਖਾਣਾ, ਕਾਮਿਆਂ ਨੇ ਖਾਣਾ ਹੈ। ਤੇ ਫਿਰ ਉਸ ਤੋਂ ਜਿਹੜਾ ਬਾਅਦ, ਅਗਰ ਉਸ ਜ਼ਮਾਨੇ ਦੇ ਵਿੱਚ ਖਾਲਾਂ ਤੇ ਹੀ ਖੁਆਤੀਨ ਧੋਂਦੀਆਂ ਸਨ ਕੱਪੜੇ, ਔਰ ਉਹ ਕੱਪੜੇ ਧੋਣ ਦਾ ਹੁੰਦਾ ਸੀ ਕਿ ਸੁਆਹ ਹੁੰਦੀ ਸੀ, ਖਾਸ ਤੌਰ ਤੇ ਮਨਸ਼ਿੱਟੀ ਦੀ ਜਿਹੜੀ ਰਾਖ ਹੈ ਨਾ, ਇਹਦੇ ਵਿੱਚ ਹੀ ਇਹਦਾ ਕੋਈ ਡਿਟਰਜੈਂਟ ਇਫੈਕਟ ਹੁੰਦਾ ਸੀ। ਇਹਦੇ ਵਿੱਚ ਹੀ ਧੋਣੇ ਸਾਰੇ ਕੱਪੜੇ ਕੁੱਪੜੇ, ਤੇ ਖਾਲ ਤੇ ਬਹਿ ਕੇ ਤੇ ਉੱਥੇ ਹੀ ਸੁੱਕਣੇ ਪਾਣੇ, ਤੇ ਉਹਨਾਂ ਨੂੰ ਜਿਹੜਾ ਸਕਾ ਸਕੂ ਕੇ ਤੇ ਉਹਨਾਂ ਨੂੰ ਫਿਰ ਲੈ ਆਉਣਾ। ਫਿਰ ਜਿਵੇਂ ਮੈਂ ਅੱਗੇ ਤੁਹਾਨੂੰ ਅਰਜ਼ ਕੀਤਾ ਸੀ ਕਿ ਬਿਜਲੀ ਤੇ ਹੁੰਦੀ ਕੋਈ ਨਹੀਂ ਸੀ। ਸ਼ੁਰੂ ਸ਼ੁਰੂ ਦੇ ਵਿੱਚ ਦੀਵੇ ਹੁੰਦੇ ਸਨ। ਉਹ ਦੀਵੇ ਉਹ ਹੀ ਜਿਹੜੇ ਮਸੀਤਾਂ ਦੇ ਵਿੱਚ ਵੀ, ਸਾਡੇ ਘਰ ਦੇ ਨਾਲ ਛੋਟੀ ਮਸੀਤ ਹੁੰਦੀ ਸੀ, ਤੇ ਉੱਥੇ ਵੀ ਇੱਕ ਦੀਵਾ ਹੀ ਰੱਖਿਆ ਹੁੰਦਾ ਸੀ। ਉਹ ਦੀਵੇ ਦੇ ਵਿੱਚ ਸਰੋਂ ਦਾ ਤੇਲ ਪਾਉਂਦੇ ਹੁੰਦੇ ਸਨ, ਤੇ ਉਹਦੀ ਇੱਕ ਵੱਟੀ ਹੁੰਦੀ ਸੀ। ਜਿਵੇਂ ਉਹ ਗਾਣਾ ਨਹੀਂ, ਮੇਰਾ ਖਿਆਲ ਹੈ ਰਫੀ ਦਾ ਜਾਂ ਕਿਸ਼ੋਰ ਕੁਮਾਰ ਦਾ, ਕਿ ਮੈਂ ਹੂੰ ਐਸਾ ਦੀਪ ਕਿ ਜਿਸਮੇ ਨਾ ਬਾਟੀ ਨਾ ਤੇਲ। ਬਾਟੀ ਉਹ ਜਿਹੜੀ ਵੱਟੀ ਹੁੰਦੀ ਹੈ ਨਾ, ਉਹ ਸੂਤਰ ਦੀ ਬਣੀ ਵੱਟੀ ਹੁੰਦੀ ਸੀ, ਜਾਂ ਪੌਣੀ ਹੁੰਦੀ ਸੀ ਰੂੰ ਦੀ ਬਣੀ। ਥੱਲੇ ਉਹਦਾ ਜਿਹੜਾ ਉਹ ਸਰੋਂ ਦਾ ਤੇਲ ਹੁੰਦਾ ਸੀ, ਤੇ ਉਹ ਉਹਨੂੰ ਬਾਲੀਦਾ ਸੀ। ਉਹ ਦੀਵੇ ਉਹਨਾਂ ਨੂੰ ਕਹਿੰਦੇ ਸਨ। ਇਹ ਘਰਾਂ ਦੇ ਵਿੱਚ ਦੀਵੇ, ਤੇ ਫਿਰ ਲਾਲਟੈਨਾਂ ਆ ਗਈਆਂ, ਫਿਰ ਲੈਂਪ ਆ ਗਏ, ਫਿਰ ਲੈਂਪਾਂ ਤੋਂ ਬਾਅਦ ਅਸੀਂ ਉਹਨਾਂ ਨੂੰ ਕਹਿੰਦੇ ਨਾ ਗੈਸ, ਵੱਡੇ ਗੈਸ ਆ ਗਏ, ਜਿਹਦੇ ਵਿੱਚ ਕਿ ਮੈਂਟਲ ਲੱਗਦਾ ਹੁੰਦਾ ਸੀ। ਫੰਕਸ਼ਨਾਂ ਤੇ ਜਿਹੜਾ ਨੇ ਵੱਡੇ ਜਿਹੜੇ ਇਵੈਂਟ ਹੋਣੇ, ਉਹਨਾਂ ਚੋਂ ਗੈਸ ਜਿਹੜੇ ਨੇ ਕਿਰਾਏ ਤੇ ਲੈ ਆਉਣੇ, ਤੇ ਗੈਸ ਜਿਹੜੇ ਨੇ ਉਹ ਚਲਾਉਂਦੇ ਰਹਿਣੇ। ਲਾਈਟ ਦਾ ਜਿਹੜਾ ਨਿਜ਼ਾਮ ਹੈ ਉਹ ਸਾਰਾ ਇਸ ਕਿਸਮ ਦਾ ਹੁੰਦਾ ਸੀ। ਬਾਅਦ ਖੁਰਾਕਾਂ, ਜਿਵੇਂ ਮੈਂ ਦੱਸਿਆ ਕਿ ਰੋਟੀ ਛੋਟੀ ਜਿਹੜੀ ਹੈ ਆਮ ਤੌਰ ਤੇ ਪੂਰੇ ਸਾਲ ਲਈ ਜਿਹੜਾ ਹੈ, ਇੱਕ ਤੇ ਨਾ ਸਬਜ਼ੀ ਸੁਬਜ਼ੀ ਸਾਗ ਸੂਗ ਜਿਹੜਾ ਖਾਣਾ ਉਹ ਖਾਣਾ, ਜਾਂ ਸਬਜ਼ੀ ਕੋ ਆਪ ਬੀਜੀ ਹੋਣੀ ਤੇ ਲੈ ਲੈਣੀ, ਜਾਂ ਬਾਹਰੋਂ ਸਗੀਰੇ ਨੇ ਆਇਆ ਹੋਣਾ ਤੇ ਤੂੰ ਲੈ ਲੈਣੀ। ਜਾਂ ਫਿਰ ਅਚਾਰ ਬੜਾ ਰੈਗੂਲਰ ਬਣਦਾ ਹੁੰਦਾ ਸੀ, ਅੰਬਾਂ ਦਾ ਅਚਾਰ, ਇਸੇ ਤਰ੍ਹਾਂ ਲਸੂੜਿਆਂ ਦਾ ਅਚਾਰ। ਇਹ ਆਪਣੇ ਘਰ ਦੀ ਖੇਤੀ ਹੁੰਦੀ ਸੀ, ਅੰਬ ਵੀ ਹੁੰਦੇ ਸਨ, ਦੇਸੀ ਅੰਬ ਸਨ, ਲਸੂੜੇ ਵੀ ਹੁੰਦੇ ਸਨ। ਉਹ ਲਾ ਕੇ ਤੇ ਉਹਨਾਂ ਨੂੰ ਸਾਰਾ ਸਾਲ ਜਿਹੜਾ ਹੈ, ਉਹ ਲਸੂੜਿਆਂ ਦੇ ਨਾਲ ਰੋਟੀ ਛੋਟੀ ਖਾਂਦੇ ਰਹਿਣਾ। ਖਾਸ ਤੌਰ ਤੇ ਜਦੋਂ ਵੱਡੇ ਦਿਨ ਹੁੰਦੇ ਨਾ ਗਰਮੀਆਂ ਦੇ, ਉਹਨੂੰ ਅਸੀਂ ਕਹਿੰਦੇ ਸਾਂ ਲੌਡਾ ਵੇਲਾ, ਕਿ ਦੁਪਹਿਰੇ ਜਿਹੜਾ ਹੈ ਉਹ ਡੇਰੇ ਹੀ ਲੈ ਜਾਣਾ ਰੋਟੀ, ਜਾਂ ਸਵੇਰ ਦੀ ਪੱਕੀ ਤੰਦੂਰ ਦੀ ਰੋਟੀ ਚੋਪੜੀ ਮੱਖਣ ਨਾਲ ਉਹ ਪਈ ਹੋਣੀ, ਤੇ ਉੱਤੇ ਲਸੂੜਾ ਰੱਖ ਕੇ ਖਾ ਲੈਣਾ, ਥੋੜਾ ਬਹੁਤ ਦਹੀਂ ਲੈ ਲੈਣਾ, ਤੇ ਜਾਂ ਸ਼ੱਕਰ ਘਿਓ ਜਿਹੜਾ ਉਹ ਤੇ ਪਾ ਕੇ ਤੇ ਉਹ ਖਾ ਲੈਣਾ। ਉਹਦੀ ਵੀ ਬੜੀ ਚਾਸੀ, ਉੱਤੋਂ ਲੱਸੀ ਲੁੱਸੀ ਜਿਹੜੀ ਏ ਉਹ ਪੀ ਲੈਣੀ। ਇਹ ਸਾਦਾ ਖੁਰਾਕਾਂ ਹੁੰਦੀਆਂ ਸਨ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਹਿਕਮਤ ਜਿਹੜੀ ਹੈ ਨਾ, ਇਹ ਮੂਮਨ ਦੀ ਮਿਰਾਸ ਹੈ। ਉਹ ਬੰਦੇ ਸਾਡੇ ਜਿਹੜੇ ਉਸ ਵਕਤ ਦੇ ਨਾਈ ਹੁੰਦੇ ਸਨ ਨਾ, ਉਹ ਮੈਰਿਜ ਬਿਊਰੋ ਵੀ ਉਹ ਹੀ ਹੁੰਦੇ ਸਨ, ਨਾਈ ਵੀ ਉਹ ਹੀ ਹੁੰਦੇ ਸਨ, ਉਹ ਤੁਹਾਡੇ ਕੈਟਰਿੰਗ ਵੀ ਉਹ ਹੀ ਕਰਦੇ ਸਨ, ਦੇਗਾਂ ਦੂਗਾਂ ਉਹ ਹੀ ਪਕਾਉਂਦੇ ਹੁੰਦੇ ਸਨ। ਉਹੋ ਹੀ ਜਿਹੜੇ ਨੇ ਜਰਾ ਵੀ ਹੁੰਦੇ ਸਨ, ਕਿ ਆ ਜਿਹੜੇ ਫੋੜੇ ਫਿਨਸੀਆਂ ਹੁੰਦੀਆਂ ਨੇ, ਇਹਨਾਂ ਦਾ ਇਲਾਜ ਵੀ ਜਿਹੜਾ ਉਹ ਕਰ ਲੈਂਦੇ ਸਨ। ਉਹਨਾਂ ਨੂੰ ਨਿਸ਼ਤਰ ਦੇ ਨਾਲ ਚੀਰ ਦੇਣਾ, ਉਸ ਤੋਂ ਬਾਅਦ ਉੱਤੇ ਕੋਈ ਲੁਪਰੀ ਛੁਪਰੀ ਬੰਨਣੀ, ਤੇ ਉਹਦੇ 'ਚ ਉਹਨਾਂ ਨੂੰ ਮਰੀਜ਼ ਨੂੰ ਸ਼ਿਫਾ ਵੀ ਹੋ ਜਾਣੀ। ਇੱਕ ਬੜਾ ਅਹਿਮ ਵਾਕਿਆ ਉਹ ਹੈਗਾ, ਉਹ ਅਮੂਮਨ ਅੱਬਾ ਜੀ ਦੱਸਦੇ ਹੁੰਦੇ ਸੀ ਕਿ ਸਾਡੇ ਪਿੰਡ ਇੱਕ ਨਿਆਣਾ ਸੀ ਛੋਟਾ, ਤੇ ਉਹ ਤੁਹਾਨੂੰ ਪਤਾ ਫਰਾਈ ਵੀਲ ਦੇ ਸਾਈਕਲ ਦੀਆਂ ਗੋਲੀਆਂ ਹੁੰਦੀਆਂ ਨੇ, ਸਟੀਲ ਜੇ ਦੀਆਂ ਨਾ, ਉਹ ਗੋਲੀਆਂ ਇਹ ਉਹਦੇ ਕੰਨ ਵਿੱਚ ਬੱਚੇ ਦੇ ਡਿੱਗ ਪਈਆਂ, ਤੇ ਉਹ ਬਹੁਤ ਪਰੇਸ਼ਾਨ। ਉਹ ਲਾਗੇ ਜਿਹੜਾ ਸਾਡੇ ਕੋਈ ਉਹ ਹੈ ਸੀ ਹੈਲਥ ਸੈਂਟਰ, ਉੱਥੇ ਡਾਕਟਰ ਡਾਕਟਰ ਤੇ ਹੁੰਦੇ ਜਿਸ ਤਰ੍ਹਾਂ ਕੰਪਾਊਂਡਰ ਹੁੰਦੇ ਸਨ। ਉਹ ਕੰਪਾਊਂਡਰਾਂ ਦੀਆਂ ਬੜੀਆਂ ਖਿਦਮਾਤ ਹੁੰਦੀਆਂ ਨੇ, ਤੇ ਉਹ ਉਹਨਾਂ ਉਹਦੇ ਕੋਲ ਲੈ ਗਏ, ਤੇ ਉਹਨੇ ਕਿਹਾ ਵੀ ਇਹ ਮੇਰੇ ਵਾਸਤੇ ਕੰਮ ਨਹੀਂ, ਇਹਨੂੰ ਗੋਜਰੇ ਲੈ ਜਾਓ। ਗੋਜਰੇ ਖੜਿਆ, ਤੇ ਸਿਵਲ ਹਸਪਤਾਲ ਵਾਲੇ ਆਖਿਆ ਵੀ ਇਹ ਸਾਡੇ ਕੋਲ ਨਹੀਂ ਨਿਕਲੀਆਂ, ਇਹਦਾ ਆਪਰੇਸ਼ਨ ਹੋਣਾ, ਤੇ ਇਹਨੂੰ ਤੁਸੀਂ ਲੈਲਪੁਰ ਲੈ ਜਾਓ। ਉਹ ਖੈਰ ਲੈਲਪੁਰ ਜਾਣ ਵਾਸਤੇ ਲਾਰੀ ਤੇ ਬਹਿਣਾ ਸੀ। ਉਦੋਂ ਗੱਡੀਆਂ ਲਾਰੀਆਂ ਚੱਲਦੀਆਂ ਹੁੰਦੀਆਂ ਹਨ ਥੋੜੀਆਂ ਥੋੜੀਆਂ, ਸਮੁੰਦਰੀ ਦਰਾ, ਸ਼ੇਰਾ ਬ੍ਰਦਰ, ਬਸ਼ੀਰ ਬ੍ਰਦਰ, ਇਹਦੇ ਨਾਂ ਤੋਂ ਨਾ ਇਹ ਚੱਲਦੀਆਂ ਹੁੰਦੀਆਂ ਸਨ। ਅੱਡੇ ਤੋਂ ਜਲਿਆਂਵਾਲਾ ਤੇ ਉਹ ਪੁਲ 45 ਤੇ ਪਿੰਡ 45, ਨਾਰਾ ਡਾਡਾ, ਸਮੁੰਦਰੀ, ਤੇ ਅੱਗੋਂ ਫਿਰ ਡਿਚਕੋਟ ਥਾਣੀ ਹੁੰਦੇ ਆ। ਉਹ ਪਤਾ ਲੱਗ ਜਾਂਦਾ ਹੁੰਦਾ ਸੀ ਲੈਲਪੁਰ ਆਉਣ ਡਿਆ, ਕਿ ਉੱਥੇ ਸਾਈਕਲਾਂ ਦਾ ਫਾਰਮ ਹੁੰਦਾ ਸੀ, ਤੇ ਉੱਥੇ ਪੱਕੇ ਖਾਲ ਉਦੋਂ ਵੀ ਬਣੇ ਹੁੰਦੇ ਸਨ। ਤੇ ਉਹ ਬੱਚੇ ਨੂੰ ਉੱਥੇ ਲੈ ਕੇ ਜਾਣਾ ਸੀ। ਉੱਥੋਂ ਲਾਰੀ ਤੋਂ ਜਿਹੜਾ ਨਾ ਬਾਬਾ ਮਤਾਬ ਨਾਈ ਉਤਰਿਆ, ਤੇ ਉਹਨੇ ਕਿਹਾ ਚੌਰੀਓ ਕੀ ਗੱਲ, ਕਿੱਥੇ ਚੱਲੇ ਹੋ?
ਆਖੇ ਅਸੀਂ ਲੈ ਕੇ ਚੱਲੇ ਆ ਨਿਆਣੇ ਨੂੰ, ਇਹਦੇ ਨਾ ਗੋਲੀਆਂ ਫਰਾਈਵੀਲ ਦੀਆਂ ਪੈ ਗਈਆਂ, ਡਾਕਟਰਾਂ ਇੱਥੇ ਦੇ ਦਿੱਤਾ ਜਵਾਬ, ਤੂੰ ਲੈਲਪੁਰ ਖੜਨਾ ਵੀ ਉੱਥੇ ਹੁਣ ਇਹਦਾ ਕੋਈ ਆਪਰੇਸ਼ਨ ਕਰਾ ਕੇ ਇਹਨੂੰ ਕਢਾਈਏ। ਉਹਨੇ 1 ਮਿੰਟ ਆਖਿਆ, ਉਹਨੇ ਆਖਿਆ ਵੀ ਤੁਸੀਂ ਆਓ, ਠੀਕ ਹੋ ਜਾਏਗਾ, ਮੈਂ ਹੀ ਕਰਨਾ। ਤੇ ਉਹ ਫਿਰ ਉਹਨਾਂ ਨੂੰ ਵਾਪਸ ਪਿੰਡ ਲੈ ਗਏ। ਪਿੰਡ ਜਾ ਕੇ ਤੇ ਬਾਬਾ ਮਤਾਬ ਨਾਈ ਜਾਂਦਾ, ਇਹਨੂੰ ਕਿੱਥੇ ਆ ਮੁੰਡਾ ਹੈ, ਹੈ ਲੋ, ਉਹ ਰਾਹ ਕਾਕਾ ਬਹਿ ਇੱਥੇ ਲਾਗੇ। ਉਹਨੂੰ ਮੰਜੀ ਤੇ ਬਾੜ ਲਿਆ ਤੇ ਉਹਦਾ ਕੰਨ ਜਿਹੜਾ ਇਹਨਾਂ ਨੂੰ ਫੜ ਕੇ ਵੇਖਣ ਲੱਗੇ। ਉਸ ਤੋਂ ਬਾਅਦ ਇਹ ਨਾਈਆਂ ਦੀ ਹੁੰਦੀ ਸੀ ਗੁੱਛੀ। ਗੁੱਛੀ ਦੇ ਵਿੱਚ ਸਾਰੇ ਹਥਿਆਰ ਰੱਖਦੇ ਹਨ, ਕੋਈ ਉਸ ਤਰ੍ਹਾਂ, ਕੋਈ ਤੇਜ਼ ਕਰਨ ਵਾਲੇ ਉਸ ਤਰ੍ਹਾਂ, ਜਿਹੜੀ ਸਿਲ ਜੀ ਹੁੰਦੀ ਸੀ ਜਾਂ ਚਮੜਾ ਹੁੰਦਾ ਸੀ ਜਾਂ ਕੈਂਚੀਆਂ ਜਾਂ ਮਸ਼ੀਨ, ਇਹੋ ਜਿਹੀ। ਤੇ ਉਹਨੇ ਆਪਣੀ ਨਾ ਗੁੱਛੀ ਦੇ ਵਿੱਚੋਂ ਇੱਕ ਮਕਨਾਤੀਸ ਕੱਢਿਆ। ਉਹ ਮਕਨਾਤੀਸ ਉਹਨੇ ਕੱਢ ਕੇ ਤੇ ਇੱਥੇ ਲਾਇਆ ਤੇ ਟੱਕ ਕਰਦੀ ਗੋਲੀ ਬਾਹਰ। ਇਹ ਹੈ ਹਿਕਮਤ। ਉਹ ਉਹਨਾਂ ਨੂੰ ਹਸਪਤਾਲ ਜਾਣਾ ਹੀ ਨਾ ਪਿਆ। ਉਹ ਅੱਲਾ ਦਾ ਸ਼ੁਕਰ ਹੈ, ਉਹ ਬਿਲਕੁਲ ਠੀਕ ਹੋ ਗਿਆ, ਉਹਦੇ ਨਾਲ ਬੱਚਾ। ਇਹ ਸਾਰਾ ਦੇਖੋ ਨਾ, ਗੌਰ ਕਰੋ ਤੁਸੀਂ ਕਿ ਇਹ ਹਿਕਮਤ ਅੱਲਾਹ ਤਾਲਾ ਦੀ ਅਤਾ ਹੈ। ਇਹ ਜਿਹਨੂੰ ਦਿੰਦਾ ਹੈ, ਉਸ ਜ਼ਮਾਨੇ ਦੇ ਵਿੱਚ ਵੀ ਬੱਚਿਆਂ ਦੇ ਵੱਡਿਆਂ ਦੇ ਇਲਾਜ ਤੇ ਹੁੰਦੇ ਹੀ ਸਨ। ਖੈਰ, ਇਹ ਇਸ ਤੋਂ ਬਾਅਦ ਜਿਹੜਾ ਇੱਕ ਅਹਿਮ ਤਰੀਨ ਹੋਰ ਵਾਕਿਆ ਹੈ, ਉਹ ਕਿ ਇਸ ਦੌਰਾਨ ਹੋਈ 65 ਦੀ ਜੰਗ। ਜਿਵੇਂ ਮੈਂ ਦੱਸਿਆ ਕਿ 65 ਦੀ ਜੰਗ ਹੋਈ ਤੇ ਇਹ ਰੇਡੀਓ ਅੱਬਾਈ ਕੋਲ ਭਾਈ ਅਸਲਮ ਨੇ, ਵੱਡੇ ਭਾਈ ਜਾਨ ਨੇ ਕਰਾਚੀੋਂ ਲੈ ਕੇ ਭੇਜਤਾ, ਤੇ ਸ਼ਾਮ ਨੂੰ ਬੈਠ ਕੇ ਬਹਿ ਕੇ ਸਾਰੇ ਸੁਣਦੇ ਹੁੰਦੇ ਸਨ, ਫਿਰ ਤਬਸਰੇ ਵੀ ਕਰਦੇ ਹੁੰਦੇ ਸਨ। ਇਹ ਕੁਦਰਤੀ ਗੱਲ ਸੀ ਕਿ ਫੌਜ ਦੀ ਬੜੀ ਇੱਜ਼ਤ ਹੁੰਦੀ ਸੀ, ਫੌਜ ਦੀ ਬਹੁਤ ਇੱਜ਼ਤ ਹੁੰਦੀ ਸੀ ਉਸ ਵਕਤ। ਔਰ ਇੰਝ ਹੀ ਹੁੰਦਾ ਸੀ ਜਿਵੇਂ ਬਿਲਕੁਲ ਸੱਕੇ ਭਰਾਵਾਂ ਕੋ, ਫੌਜੀ ਨੂੰ ਜੀ ਕੋਈ ਪੀੜ ਤੇ ਸਾਨੂੰ ਪੀੜ ਹੈ। ਔਰ ਇਹੋ ਹੀ ਵਜ੍ਹਾ ਸੀ ਕਿ 65 ਦੀ ਜੰਗ ਦੇ ਵਿੱਚ ਜੋ ਕੁਝ ਵੀ ਹੋਇਆ, ਜੋ ਕੁਝ ਵੀ ਹੋਇਆ, ਇਹ ਜਿਸ ਵੇਲੇ ਹਮਲਾ ਇੰਡੀਆ ਨੇ ਕੀਤਾ ਤੇ ਅਸੀਂ ਅੱਗੋਂ ਇਧਰੋਂ ਜਿਹੜਾ ਫੌਜ ਟੁਰੀ ਜਿਸ ਵੇਲੇ, ਤੇ ਸਾਡੀ ਫੌਜ ਦੇ ਨਾਲ ਆਮ ਜਿਹੜੇ ਸਿਵਲੀਅਨ ਸਨ, ਇਹਨਾਂ ਨੇ ਵੀ ਬੜੀਆਂ ਹੀ ਕੁਰਬਾਨੀਆਂ ਦਿੱਤੀਆਂ। ਔਰ ਇਹ ਮੋਢੇ ਨਾਲ ਮੋਢਾ ਜੋੜ ਕੇ ਲੜੇ। ਉਦੋਂ ਕੌਮੀ ਯਕਜਹਿਤੀ ਸੀ। ਕੌਮੀ ਯਕਜਹਿਤੀ ਨੂੰ ਜਿਹੜਾ ਸਭ ਤੋਂ ਵੱਡਾ ਤੇ ਪਹਿਲਾ ਝਟਕਾ ਲੱਗਾ, ਉਹ ਲੱਗਾ ਉਦੋਂ। ਇੱਕ ਤੇ ਸੀ ਕਾਇਦੇ ਆਜ਼ਮ ਬਾਬਾ ਜੀ ਚਲੇ ਗਏ, ਲੇਕਿਨ ਲੋਕਾਂ ਨੂੰ ਉਹਦਾ ਸ਼ੌਰ ਨਹੀਂ ਸੀ। ਉਹ ਲੱਗਦਾ ਇਹ ਸੀ ਕਿ ਬੜੀ ਉਹਨਾਂ ਦੀ ਕੇਅਰ ਕੀਤੀ ਹੈ, ਲੇਕਿਨ ਉਹਨਾਂ ਦੀ ਆਈ ਸੀ, ਉਹ ਫੌਤ ਹੋ ਗਏ। ਫਿਰ ਝਟਕਾ ਬੜਾ ਲੱਗਾ ਲਿਆਕਤ ਅਲੀ ਖਾਨ ਦੇ ਕਤਲ ਤੇ, ਲੇਕਿਨ ਉਦੋਂ ਵੀ ਲੋਕਾਂ ਨੂੰ ਐਡਾ ਸ਼ੌਰ ਨਹੀਂ ਸੀ ਹੈਗਾ। ਲਿਆਕਤ ਅਲੀ ਖਾਨ ਤੇ ਗੁੱਸਾ ਜਿਹੜਾ ਪਹੁੰਚੋ ਕਿ ਉਹ ਜਿਹੜੇ ਮੁਕਤਦਰ ਹਲਕੇ ਹੁੰਦੇ ਸਨ, ਉਹ ਕਰਵਾ ਛੱਡ ਦੇਣ ਵੀ ਇਹ ਇੰਡੀਆ ਨੇ ਮਰਵਾਤਾ, ਅਮਰੀਕਾ ਨੇ ਮਰਵਾਤਾ, ਫਲਾਣੇ ਨੇ ਮਰਵਾਤਾ। ਚਲੋ, ਜੇ ਉਹਨਾਂ ਮਰਵਾ ਵੀ ਦਿੱਤਾ ਤੇ ਮਾਰਨ ਵਾਲੇ ਤੇ ਜ਼ਾਹਿਰ ਇੱਥੋਂ ਹੀ ਮੌਜੂਦ ਸੀ। ਔਰ ਤੁਹਾਨੂੰ ਪਤਾ, ਲਿਆਕਤ ਅਲੀ ਖਾਨ ਨੂੰ ਜਿਹਨੇ ਮਰਡਰ ਕੀਤਾ ਸੀ, ਉਹ ਮਰਡਰ ਤੋਂ ਬਾਅਦ ਉਹਨੂੰ ਵੀ ਉੱਥੇ ਮਰਡਰ ਕਰਤਾ ਗਿਆ ਉਸੇ, ਤਾਂ ਕਿ ਅਗਵਾਹ ਹੀ ਮੁੱਕ ਜਾਵੇ। ਉਸ ਤੋਂ ਬਾਅਦ ਇਹ ਨਿਜ਼ਾਮ ਪਹਿਲੋਂ ਸੀ, ਇਹ ਗਵਰਨਰ ਜਨਰਲ ਦਾ ਨਿਜ਼ਾਮ, ਤੇ ਪਹਿਲੋਂ 1956 ਤੱਕ ਜਿਹੜਾ ਸੈਰੀਮੋਨੀਅਲ ਹੈੱਡ ਸੀ ਨਾ, ਉਹ ਬ੍ਰਿਟਿਸ਼ਰ ਸਨ ਸਾਡੇ। 1956 'ਚ ਸਾਡਾ ਪਹਿਲਾ ਆਇਨ ਬਣਿਆ ਸੀ। ਔਰ ਆਇਨ ਤੁਹਾਨੂੰ ਪਤਾ ਦੋ ਕਿਸਮ ਦਾ, ਇੱਕ ਹੁੰਦਾ ਹੈ ਕਿ ਪਾਰਲੀਮੈਂਟਰੀ ਨਿਜ਼ਾਮ ਹੈ, ਉਹਦੇ ਵਿੱਚ ਕਿ ਕੀ ਨਿਜ਼ਾਮ ਹੈ ਕਿ ਉਹਦੇ ਪ੍ਰਾਈਮ ਮਿਨਿਸਟਰ ਕੋ ਪਾਵਰ ਹੈ, ਪਾਰਲੀਮੈਂਟ ਕੋ ਪਾਵਰ ਹੈ, ਜਾਂ ਪ੍ਰੈਜ਼ੀਡੈਂਟ ਕੋ ਪਾਵਰ ਹੈ, ਕਿਹਦੇ ਕੋਲ ਹੈ। ਉਸ ਤੋਂ ਬਾਅਦ ਮੈਂ ਜਿਹੜਾ ਗੱਲ ਕਰਨ ਡਿਆ ਕਿ ਜਿਹੜਾ ਪਹਿਲਾ ਨੁਕਸਾਨ ਜਿਹੜਾ ਹੋਇਆ ਨਾ, ਉਹ ਹੋਇਆ ਜਦੋਂ ਪਹਿਲਾ ਮਾਰਸ਼ਲ ਲਾ ਲੱਗਾ, ਜਨਰਲ ਅਯੂਬ ਸਾਹਿਬ ਆਏ, ਤੇ ਉਸ ਵਕਤ ਲੋਕਾਂ ਨੇ ਜਨਰਲ ਅਯੂਬ ਨੂੰ ਪਸੰਦ ਇਸ ਵਾਸਤੇ ਕੀਤਾ ਜੀ ਉਹਨੇ ਨਾਅਰਾ ਦਿੱਤਾ ਗ੍ਰੀਨ ਰੈਵੋਲੂਸ਼ਨ ਦਾ, ਜ਼ਰਈ ਇਨਕਲਾਬ ਦਾ। ਔਰ ਸਾਨੂੰ ਪਤਾ ਹੈ ਇਸ ਗੱਲ ਦਾ ਕਿ ਉਹਨਾਂ ਦਿਨਾਂ ਦੇ ਵਿੱਚ ਬੜਾ ਇਫੈਕਟਿਵਲੀ ਜਿਹੜਾ ਮਹਿਕਮਾ ਜ਼ਰਾਤ ਹੁੰਦਾ ਨਾ, ਇਹਨਾਂ ਨੇ ਛੱਟੇ ਤੋਂ ਜਾਨ ਛੁਡਾ ਕੇ ਤੇ ਕੇਰੇ ਤੇ ਆਏ। ਯੂਨੀਅਨ ਕੌਂਸਲ ਦੀ ਸਤ੍ਹਾ ਤੇ ਜਿਹੜੇ ਆਮ ਇੰਪਲੀਮੈਂਟਸ ਹੁੰਦੇ ਸਨ ਨਾ, ਉਹ ਅਵੇਲੇਬਲ ਹੁੰਦੇ ਸਨ। ਔਰ ਇੰਪਲੀਮੈਂਟਸ ਲਿਆ ਕੇ ਜ਼ਿਮੀਂਦਾਰਾਂ ਨੂੰ ਟ੍ਰੇਨਿੰਗ ਬਕਾਇਦਾ ਦਿੱਤੀ ਜਾਂਦੀ ਸੀ। ਉਹਦੇ ਨਾਲ ਵਾਕਿਆ ਹੀ ਐਗਰੀਕਲਚਰ ਦੇ ਵਿੱਚ ਬਹੁਤ ਬਿਹਤਰੀ ਆਈ, ਪ੍ਰੋਡਕਸ਼ਨ ਬਹੁਤ ਬਿਹਤਰ ਹੋ ਗਈ। ਉਹੋ ਹੀ ਸਾਲ ਸਨ 58 ਚੂੰਕਿ ਮਾਰਸ਼ਲ ਲੱਗਾ, ਮੈਂ 59 ਦਾ ਜਨਮ ਆ। ਉਸ ਤੋਂ ਬਾਅਦ 61 62 63 ਦੇ ਵਿੱਚ ਆ ਕੇ ਤੇ ਐਗਰੀਕਲਚਰ ਯੂਨੀਵਰਸਿਟੀ 62 63 ਚ ਬਣ ਗਈ। 61 ਚ ਕਹਿ ਲਓ, 62 ਚ ਕਹਿ ਲਓ, ਉਹ ਸਾਰੀ ਲੈਂਡ ਗ੍ਰਾਂਟ ਯੂਨੀਵਰਸਿਟੀਆਂ ਹਨ ਜਿਹੜੀਆਂ ਅਮਰੀਕਨਸ ਦੀ ਮਦਦ ਨਾਲ ਹੀ ਬਣੀਆਂ ਸਨ। ਉਹ ਅਮਰੀਕਨ ਨੇ ਹੀ ਫੰਡਿੰਗ ਕੀਤੀ ਸੀ। ਔਰ ਉਹ ਰਫਤਾ ਰਫਤਾ ਅਮਰੀਕਨ ਦੀ ਫੰਡਿੰਗ ਤੇ ਅਸੀਂ ਲੱਗਦੇ ਜ਼ਾਹਿਰ ਸਾਡਾ ਗੁਜ਼ਾਰਾ ਵੀ ਨਹੀਂ ਸੀ ਹੋ ਸਕਦਾ। ਅਸੀਂ ਨਵੀਂ ਸਟੇਟਸ ਹਾਂ, ਲੇਕਿਨ ਚਾਹੇ ਜਾਏ ਕਿ ਅਸੀਂ ਆਪਣੇ ਪੈਰਾਂ ਤੇ ਖਲੋਣ ਦੀ ਕੋਸ਼ਿਸ਼ ਕਰਦੇ। ਅਸੀਂ ਡੈਮੋਕ੍ਰੇਸੀ ਨੂੰ ਚੱਲਣ ਦਿੰਦੇ, ਜਿਹੜਾ ਕਿ ਕਾਇਦੇ ਆਜ਼ਮ ਜਾਂ ਜਿਹੜੇ ਖਾਲਕ ਪਾਕਿਸਤਾਨ ਜਾਂ ਬਾਕੀ ਜਿਹੜੇ ਰਫਕਾ ਸਨ ਉਹਨਾਂ ਦਾ ਆਈਡੀਆ ਸੀ ਕਿ ਅਸੀਂ ਸੋਨੇ ਦੇ ਵੀ ਬਣ ਜੇ ਕੋਈ ਹੋਰ,
ਲੇਕਿਨ ਜ਼ਾਹਿਰ ਹੈ ਕਿ ਜਿਹੜੇ ਸਿਆਸਤਦਾਨ ਨੇ ਉਹ ਇੱਕ ਅਲੱਗਾ ਇੱਕ ਸ਼ੋਭਾ ਹੈ, ਅਲੱਗਾ ਉਹਨਾਂ ਦੀ ਗੱਲ ਹੈ ਸਾਰੀ। ਲੇਕਿਨ ਪਹਿਲਾ ਦੱਸਿਆ ਕਾਇਦੇ ਆਜ਼ਮ ਚਲੇ ਗਏ, ਲਿਆਕਤ ਅਲੀ ਖਾਨ ਚਲੇ ਗਏ, ਤੇ ਉਸ ਤੋਂ ਬਾਅਦ ਝਟਕਾ ਲੱਗਾ ਮਾਰਸ਼ਲ ਲਾ ਦਾ। ਫਿਰ ਮਜ਼ੀਦ ਕੰਮ ਉਦੋਂ ਖਰਾਬ ਹੋ ਗਿਆ ਜਦੋਂ ਫਾਤਮਾ ਜਿਨਾਹ ਨੇ ਇਲੈਕਸ਼ਨ ਲੜਿਆ ਅਯੂਬ ਖਾਨ ਦੇ ਖਿਲਾਫ। ਉਸ ਵਕਤ ਸੀ ਬੇਸਿਕ ਡੈਮੋਕ੍ਰੇਸੀ, ਯਾਨੀ 80,000 ਦੇ ਕਰੀਬ ਜਿਹੜੇ ਮੈਂਬਰ ਸਨ ਨਾ ਯੂਨੀਅਨ ਕੌਂਸਲ ਦੇ, ਹਰ ਪਿੰਡ ਚੋਂ ਜਿਵੇਂ ਕੌਂਸਲਰ ਹੁਣ ਕਹਿੰਦੇ ਹੋ, ਉਹ ਬੀਡੀ ਮੈਂਬਰ ਕਹਿੰਦੇ ਹਨ, ਬੇਸਿਕ ਡੈਮੋਕ੍ਰੇਸੀ। ਉਹ ਮੈਂਬਰਾਂ ਨੇ ਰਲ ਕੇ ਤੇ ਫਿਰ ਇਨਡਾਇਰੈਕਟ ਇੰਤਖਾਬ ਦੇ ਜ਼ਰੀਏ ਉਹ ਜਨਰਲ ਅਯੂਬ ਨੂੰ ਜਿਹੜਾ ਉਹ ਇਲੈਕਟ ਕੀਤਾ। ਹਾਲਾਂਕਿ ਸ਼ਵਾਹਿਦ ਇਹ ਨੇ, ਕਿਹਾ ਇਹੋ ਜਾਂਦਾ ਹੈ ਕਿ ਉਸ ਇਲੈਕਸ਼ਨ ਪਹਿਲੇ ਦੇ ਵਿੱਚ ਵੀ ਇੰਨੀ ਧਾਂਦਲੀ ਹੋਈ ਕਿ ਫਾਤਮਾ ਜਿਨਾਹ ਦਾ ਬਜ਼ਾਹਿਰ ਉਹਦੇ ਸਪੋਰਟਰ ਬਹੁਤ ਜ਼ਿਆਦਾ ਸਨ, ਲੇਕਿਨ ਉਹਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਵੱਲਾਹੁ ਆਲਮ ਉਹ ਕੀ ਸੀ